ਇੱਕ ਵਾਰ ਇੱਕ 50 ਸਾਲ ਦਾ ਕਿਸਾਨ ਖੇਤ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਕੰਮ ਕਰਦੇ ਕਰਦੇ ਉਸ ਦੀ ਘੜੀ ਉਸ ਖੇਤ ਦੇ ਵਿੱਚ ਗੁੰਮ ਗਈ। ਜੋ ਘੜੀ ਉਸਨੂੰ ਉਸਦੇ ਪਿਤਾ ਨੇ ਉਸਦੀ 10 ਸਾਲ ਦੀ ਉਮਰ ਦੇ ਵਿੱਚ ਦਿੱਤੀ ਸੀ, ਇਸ ਲਈ ਉਸ ਘੜੀ ਦੀ ਕੀਮਤ ਉਸ ਕਿਸਾਨ ਦੇ ਲਈ ਬਹੁਤ ਜ਼ਿਆਦਾ ਸੀ। ਉਹ ਕਿਸਾਨ ਸਾਰੇ ਕੰਮ ਛੱਡ ਕੇ ਆਪਣੀ ਘੜੀ ਨੂੰ ਲੱਭਣ ਲੱਗਿਆ, ਪਰ ਬਹੁਤ ਮਿਹਨਤ ਤੋਂ ਬਾਅਦ ਵੀ ਉਸਨੂੰ ਉਸਦੀ ਘੜੀ ਨਾ ਮਿਲੀ। ਥੱਕੇ ਹੋਏ ਕਿਸਾਨ ਨੇ ਕੋਲ ਖੇਡ ਰਹੇ ਬੱਚਿਆਂ ਨੂੰ ਬੁਲਾਇਆ ਕਿ ਜੋ ਮੇਰੀ ਘੜੀ ਲੱਭ ਕੇ ਦੇਊਗਾ ਉਸ ਨੂੰ ਮੈਂ ਵਧੀਆ ਇਨਾਮ ਦੇਵਾਂਗਾ। ਅਤੇ ਸਾਰੇ ਬੱਚੇ ਖੇਡਣਾ ਛੱਡ ਕੇ ਉਸ ਕਿਸਾਨ ਦੀ ਘੜੀ ਲੱਭਣੀ ਸ਼ੁਰੂ ਕਰ ਦਿੰਦੇ ਹਨ। ਪਰ ਇੰਨੇ ਵੱਡੇ ਫਸਲ ਦੇ ਭਰੇ ਹੋਏ ਖੇਤਾਂ ਦੇ ਵਿੱਚ ਉਸ ਘੜੀ ਨੂੰ ਲੱਭਣਾ ਆਸਾਨ ਨਹੀਂ ਸੀ। ਕੁਝ ਟਾਈਮ ਬਾਅਦ ਸਾਰੇ ਬੱਚੇ ਥੱਕ ਹਾਰ ਕੇ ਘਰਾਂ ਨੂੰ ਜਾਣ ਲੱਗੇ ਔਰ ਕਿਸਾਨ ਨੇ ਵੀ ਹਿੰਮਤ ਛੱਡ ਦਿੱਤੀ ਸੀ। ਤਾਂ ਕਿਸਾਨ ਵੀ ਆਪਣੇ ਘਰ ਵੱਲ ਜਾਣ ਲੱਗਦਾ ਹੈ ਤਾਂ ਇੱਕ ਬੱਚਾ ਕਹਿੰਦਾ ਹੈ ਕਿ ਅੰਕਲ ਸਾਰੇ ਚਲੇ ਗਏ, ਪਰ ਮੈਨੂੰ ਥੋੜੀ ਦੇਰ ਹੋਰ ਤੁਹਾਡੀ ਘੜੀ ਲੱਭਣ ਦਿਓ। ਕਿਸਾਨ ਨੇ ਉਸ ਬੱਚੇ ਨੂੰ ਕਿਹਾ, ਠੀਕ ਹੈ ਬੇਟਾ, ਮੈਂ 20 ਮਿੰਟ ਵਿੱਚ ਵਾਪਸ ਆਉਣਾ ਹਾਂ, ਤੂੰ ਇੱਕ ਵਾਰ ਹੋਰ ਲੱਭ ਲੈ। ਕਿਸਾਨ ਜਦੋਂ 20 ਮਿੰਟ ਬਾਅਦ ਆਉਂਦਾ ਹੈ ਤਾਂ ਉਹ ਘੜੀ ਉਸ ਬੱਚੇ ਦੇ ਹੱਥ ਵਿੱਚ ਹੁੰਦੀ ਹੈ। ਹੈਰਾਨ ਹੋ ਕੇ ਉਸ ਕਿਸਾਨ ਨੇ ਉਸ ਬੱਚੇ ਨੂੰ ਪੁੱਛਿਆ ਕਿ ਤੈਨੂੰ ਇੰਨੀ ਜਲਦੀ ਇਹ ਘੜੀ ਮਿਲ ਕਿਵੇਂ ਗਈ? ਤਾਂ ਉਸ ਬੱਚੇ ਨੇ ਕਿਹਾ ਕਿ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਇਸ ਲਈ ਖੇਤਾਂ ਦੇ ਵਿੱਚ ਬਿਲਕੁਲ ਸ਼ਾਂਤੀ ਸੀ। ਮੈਂ ਹੌਲੀ-ਹੌਲੀ ਖੇਤਾਂ ਦੇ ਵਿੱਚ ਘੁੰਮ ਕੇ ਘੜੀ ਦੀ ਟਿਕ-ਟਿਕ ਦੀ ਆਵਾਜ਼ ਸੁਣ ਕੇ ਉਸ ਟਿਕ-ਟਿਕ ਦੀ ਆਵਾਜ਼ ਦੇ ਪਿੱਛੇ ਜਾ ਰਿਹਾ ਸੀ ਅਤੇ ਮੈਂ ਘੜੀ ਦੀ ਟਿਕ-ਟਿਕ ਦੀ ਆਵਾਜ਼ ਸੁਣ ਕੇ ਉਸ ਦਿਸ਼ਾ ਵਿੱਚ ਚਲਾ ਗਿਆ ਜਿਸ ਦਿਸ਼ਾ ਦੇ ਵਿੱਚੋਂ ਟਿਕ-ਟਿਕ ਦੀ ਆਵਾਜ਼ ਆ ਰਹੀ ਸੀ ਅਤੇ ਇਸ ਤਰ੍ਹਾਂ ਮੈਨੂੰ ਇਹ ਘੜੀ ਮਿਲ ਗਈ। ਦੋਸਤੋ, ਸ਼ਾਂਤ ਮਨ ਦੀ ਇਹ ਸਭ ਤੋਂ ਵਧੀਆ ਉਦਾਹਰਨ ਹੈ ਜੋ ਆਪਾਂ ਨੂੰ ਸਿਖਾਉਂਦੀ ਆ ਕਿ ਸਾਇਲੈਂਟ ਮਾਈਂਡ, ਸ਼ਾਂਤ ਮਨ ਇੱਕ ਤਜਰਬੇਕਾਰ ਮਨ। ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਸਾਰੀਆਂ ਹੜਬੜੀਆਂ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਤਾਂ ਆਪਣਾ ਮਾਈਂਡ ਆਪਣੇ ਆਪ ਵਧੀਆ ਕੰਮ ਕਰਦਾ ਹੈ। ਤੁਹਾਡਾ ਮਨ ਕਿੰਨਾ ਸ਼ਾਂਤ ਹੈ ਅਤੇ ਤੁਸੀਂ ਪ੍ਰੈਸ਼ਰ ਦੇ ਵਿੱਚ ਕਿਸ ਤਰ੍ਹਾਂ ਰਿਐਕਟ ਕਰਦੇ ਹੋ, ਇਹ ਜਾਣਨ ਲਈ ਵੱਡੇ ਇੰਟਰਵਿਊਆਂ ਵਿੱਚ ਤੁਹਾਡੇ ਤੋਂ ਊਟ-ਪਟਾਂਗ ਸਵਾਲ ਪੁੱਛੇ ਜਾਂਦੇ ਆ। ਅਗਰ ਮਨ ਦੀ ਗਹਿਰਾਈ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਤੁਹਾਡੇ ਮਨ ਦੇ ਵਿੱਚੋਂ ਬਹੁਤ ਵਧੀਆ ਤੇ ਮਜ਼ੇਦਾਰ ਤੇ ਸਹੀ ਜਵਾਬ ਇੰਟਰਵਿਊ ਦੇ ਵਿੱਚ ਆਪਣੇ ਆਪ ਨਿਕਲਦੇ ਆ। ਸਾਇਲੈਂਟ ਮਨ, ਸ਼ਾਂਤ ਮਨ ਇੰਟੈਲੀਜੈਂਟ ਨਹੀਂ ਆ ਬਲਕਿ ਤਿਆਰ ਵੀ ਹੈ। ਸ਼ਾਂਤ ਮਨ ਬਹੁਤ ਪਾਵਰਫੁਲ ਮਨ ਵੀ ਹੁੰਦਾ ਹੈ, ਕਿਉਂਕਿ ਜਦੋਂ ਤੁਸੀਂ ਸ਼ਾਂਤ ਹੁੰਦੇ ਹੋ ਤੁਹਾਡਾ ਮਨ ਦਾ ਧਿਆਨ ਆਪਣੇ ਆਪ ਸਹੀ ਚੀਜ਼ ਤੇ ਜਾਂਦਾ ਹੈ। ਜਦੋਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਔਰ ਰਿਐਕਸ਼ਨ ਨਾ ਹੋ ਕੇ ਜੋ ਤੁਸੀਂ ਕਰਦੇ ਹੋ ਉਹ ਐਕਸ਼ਨ ਬਣ ਜਾਂਦਾ ਹੈ। ਕਿਉਂਕਿ ਜੋ ਲੋਕ ਸ਼ਾਂਤ ਮਨ ਦੀ ਇਸ ਗਹਿਰਾਈ ਨੂੰ ਛੂਹਦੇ ਆ ਉਹ ਬਹੁਤ ਤਾਕਤਵਰ ਹੁੰਦੇ ਆ ਤੇ ਦਇਆਵਾਨ ਵੀ ਹੁੰਦੇ ਆ। ਉਹ ਹਮੇਸ਼ਾ ਐਕਟਿਵ ਵੀ ਹੁੰਦੇ ਆ ਅਤੇ ਉਹ ਧੈਰਯਵਾਨ ਵੀ ਹੁੰਦੇ ਆ। ਉਹਨਾਂ ਦੇ ਵਿੱਚ ਸਬਰ ਵੀ ਹੁੰਦਾ ਹੈ। ਸ਼ਾਂਤ ਮਨ ਫਰੀ ਮਨ ਵੀ ਹੁੰਦਾ ਹੈ। ਸ਼ਾਂਤ ਮਨ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਮਨ ਦੇ ਵਿੱਚ ਹਰ ਟਾਈਮ ਵਿਚਾਰ ਆਉਂਦੇ ਰਹਿਣਗੇ। ਇਸ ਸ਼ਾਂਤੀ ਦੇ ਵਿੱਚ ਕਦੇ ਦਿਮਾਗ ਦੇ ਵਿੱਚ ਵਿਚਾਰ ਆਉਂਦੇ ਆ, ਕਦੇ ਰੁਕ ਜਾਂਦੇ ਆ। ਸ਼ਾਂਤ ਮਨ ਦਾ ਇੱਕ ਫਾਇਦਾ ਹੈ ਕਿ ਕੋਈ ਵੀ ਵਿਚਾਰ ਜੋ ਹੈ ਉਹ ਬਾਰ-ਬਾਰ ਨਹੀਂ ਆਉਂਦੇ। ਜੋ ਵਿਚਾਰ ਇੱਕ ਵਾਰੀ ਆ ਗਿਆ ਉਹ ਦੁਬਾਰਾ ਨਹੀਂ ਆਊਗਾ, ਕਿਉਂਕਿ ਕੋਈ ਵੀ ਵਿਚਾਰ ਅਗਰ ਵਾਰ-ਵਾਰ ਆ ਰਿਹਾ ਹੈ ਤਾਂ ਉਹ ਆਪਣੀ ਚਿੰਤਾ ਦਾ ਕਾਰਨ ਬਣਦਾ ਹੈ ਔਰ ਤੁਹਾਡੀ ਧਿਆਨ ਸ਼ਕਤੀ ਨੂੰ ਉਹ ਚੂਸ ਲੈਂਦੇ ਆ। ਬਾਰ-ਬਾਰ ਆ ਰਹੇ ਵਿਚਾਰਾਂ ਨੂੰ ਰੋਕਣ ਦੇ ਲਈ ਇੱਕ ਗੱਲ ਸਮਝ ਲਓ, ਯਾਦ ਕਰ ਲਓ ਅਤੇ ਕਿਤੇ ਲਿਖ ਲਓ ਕਿ ਜੋ ਵਿਚਾਰ ਤੁਹਾਨੂੰ ਆਉਂਦੇ ਆ ਉਸ ਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਨਹੀਂ ਹੋ, ਪਰ ਕਿਹੜੇ ਵਿਚਾਰ ਦੇ ਨਾਲ ਤੁਸੀਂ ਬਾਰ-ਬਾਰ ਉਲਝਦੇ ਹੋ ਇਸ ਦੇ ਲਈ ਤੁਸੀਂ ਪੂਰੀ ਤਰ੍ਹਾਂ ਖੁਦ ਹੀ ਜ਼ਿੰਮੇਵਾਰ ਹੋ। ਆਪਾਂ ਨੂੰ ਜੋ ਵੀ ਵਿਚਾਰ ਆਉਂਦੇ ਆ ਉਸ ਦੇ 3 ਮੁੱਖ ਕਾਰਨ ਹਨ। ਪਹਿਲਾ ਕਾਰਨ, ਇਸ ਟਾਈਮ ਤੁਸੀਂ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਤੁਹਾਡਾ ਗੁਜ਼ਰ ਚੁੱਕਿਆ ਕੱਲ ਕਿਹੋ ਜਿਹਾ ਏ ਔਰ ਇਸ ਟਾਈਮ ਤੁਸੀਂ ਕਿਸ ਸਟੇਟ ਦੇ ਵਿੱਚੋਂ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹੋ। ਇਹ ਤਿੰਨੇ ਗੱਲਾਂ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਵਿਚਾਰ ਆਉਣਗੇ। ਜਦੋਂ ਵੀ ਆਪਾਂ ਨੂੰ ਮਾੜੇ ਵਿਚਾਰ ਤੰਗ ਕਰਦੇ ਆ ਤਾਂ ਆਪਾਂ ਨੂੰ ਇਹ ਫੀਲ ਹੁੰਦਾ ਹੈ ਕਿ ਮੈਂ ਬਹੁਤ ਕਮਜ਼ੋਰ ਇਨਸਾਨ ਹਾਂ ਔਰ ਇਸੇ ਸ਼ਿਕਾਇਤ ਦੇ ਵਿੱਚ ਅਸੀਂ ਆਪਣੀ ਸ਼ਕਤੀ ਨੂੰ ਭੁੱਲ ਜਾਂਦੇ ਹਾਂ। ਪਰ ਅਗਰ ਤੁਹਾਨੂੰ ਇਹ ਗੱਲ ਸਮਝ ਆ ਗਈ ਕਿ ਆਪਾਂ ਨੂੰ ਜੋ ਵਿਚਾਰ ਆਉਂਦੇ ਆ ਉਸ ਦੇ ਜ਼ਿੰਮੇਵਾਰ ਆਪਾਂ ਖੁਦ ਨਹੀਂ ਆ ਤਾਂ ਤੁਸੀਂ ਜ਼ਿੰਦਗੀ ਭਰ ਦੇ ਲਈ ਇਸ ਸ਼ਿਕਾਇਤ ਤੋਂ ਫ੍ਰੀ ਹੋ ਜਾਓਗੇ। ਜਿੱਥੇ ਸ਼ਿਕਾਇਤ ਨਹੀਂ ਆ ਉੱਥੇ ਪਾਵਰ ਹੈ ਚੂਜ਼ ਕਰਨ ਦੀ, ਕਿਸੇ ਵੀ ਚੀਜ਼ ਨੂੰ ਚੁਣਨ ਦੀ। ਤੁਹਾਡੇ ਕੋਲ ਇਹ ਚੁਣਨ ਦੀ ਸ਼ਕਤੀ ਹੈ ਕਿ ਜਾਂ ਤਾਂ ਵਿਚਾਰਾਂ ਨੂੰ ਦੂਰੋਂ ਦੇਖਣਾ ਹੈ ਜਾਂ ਫਿਰ ਉਹਨਾਂ ਦੇ ਵਿੱਚ ਉਲਝ ਜਾਣਾ ਹੈ। ਸ਼ਾਂਤ ਮਨ ਆਤਮ ਸਨਮਾਨ ਦੇ ਨਾਲ ਭਰਿਆ ਹੋਇਆ ਹੈ। ਇੱਕ ਬਹੁਤ ਮਹਾਨ ਇਨਸਾਨ ਨੇ ਕਿਹਾ ਹੈ ਕਿ ਜਦੋਂ ਮੈਂ 18 ਸਾਲ ਦਾ ਸੀ ਤਾਂ ਜਦੋਂ ਮੈਨੂੰ ਕੋਈ ਵੀ ਸ਼ਾਂਤ ਰਹਿਣ ਲਈ ਕਹਿੰਦਾ ਸੀ ਤਾਂ ਮੈਂ ਬਹੁਤ ਡਰ ਜਾਂਦਾ ਸੀ, ਕਿਉਂਕਿ ਜਦੋਂ ਹੀ ਮੈਂ ਸ਼ਾਂਤ ਹੋ ਕੇ ਬਹਿੰਦਾ ਸੀ ਤਾਂ ਬਹੁਤ ਹੀ ਅਜੀਬ ਜਿਹੇ ਤੇ ਡਰਾਉਣ ਵਾਲੇ ਵਿਚਾਰ ਮੇਰੇ ਦਿਮਾਗ ਦੇ ਵਿੱਚ ਆਉਂਦੇ ਸੀ। ਡਰ ਇਸ ਲਈ ਲੱਗਦਾ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਮੈਂ ਆਪਣੇ ਨੈਗੇਟਿਵ ਵਿਚਾਰਾਂ ਦੇ ਨਾਲ ਕਿਵੇਂ ਲੜੂੰਗਾ। ਉਸ ਇਨਸਾਨ ਨੇ ਕਿਹਾ ਕਿ ਇਸ ਲਈ ਮੈਂ ਕਦੇ ਵੀ ਸ਼ਾਂਤ ਨਹੀਂ ਰਹਿੰਦਾ ਸੀ। ਉਹ ਕਹਿੰਦੇ ਹਨ ਕਿ ਜਾਂ ਤਾਂ ਮੈਂ ਆਪਣੇ ਆਪ ਨੂੰ ਕਿਸੇ ਕੰਮ ਦੇ ਵਿੱਚ ਉਲਝਾ ਕੇ ਰੱਖਦਾ ਸੀ ਜਾਂ ਫਿਰ ਬਿਨਾਂ ਕੁਝ ਸੋਚੇ ਸਮਝੇ ਮੈਂ ਬੋਲਦੇ ਰਹਿਣਾ, ਜਿਸ ਨਾਲ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ ਨੂੰ ਨੁਕਸਾਨ ਪਹੁੰਚਦਾ ਸੀ, ਜਿਸ ਨਾਲ ਸੈਲਫ ਕੌਨਫੀਡੈਂਸ ਤੇ ਸੈਲਫ ਰਿਸਪੈਕਟ ਨੂੰ ਨੁਕਸਾਨ ਪਹੁੰਚਦਾ ਸੀ। ਫਿਰ ਕਿਸੇ ਡਾਕਟਰ ਦੇ ਸਮਝਾਉਣ ਤੇ ਮੈਂ ਹੌਲੀ-ਹੌਲੀ ਮਾਈਂਡਫੁਲਨੈਸ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ।
ਫਿਰ ਜਦੋਂ ਪਰੇਸ਼ਾਨ ਕਰਨ ਵਾਲੇ ਵਿਚਾਰ ਘੱਟ ਹੋਏ ਤਾਂ ਫਿਰ ਸਮਝ ਆਈ ਕਿ ਸੈਲਫ ਅਵੇਅਰਨੈਸ ਤੇ ਸੈਲਫ ਐਕਸਪੈਕਟੈਂਸ ਦਾ ਮਤਲਬ ਕੀ ਹੁੰਦਾ ਹੈ। ਮੈਂ ਆਪਣੇ ਮਨ ਦੇ ਬਾਰੇ ਸਿੱਖਦਾ ਗਿਆ ਤੇ ਸਮਝਦਾ ਗਿਆ। ਇਸ ਲਈ ਮੈਂ ਅੱਜ ਖੁਦ ਇੱਕ ਦਿਮਾਗ ਦਾ ਡਾਕਟਰ ਹਾਂ। ਉਹ ਇਨਸਾਨ ਕਹਿੰਦਾ ਹੈ ਕਿ ਮੇਰੇ 10 ਸਾਲ ਦਾ ਐਕਸਪੀਰੀਅੰਸ ਕਹਿੰਦਾ ਹੈ ਕਿ ਹਰ ਰੋਜ਼ 20 ਮਿੰਟ ਸ਼ਾਂਤ ਬੈਠਣ ਨਾਲ ਆਪਣੇ ਦਿਮਾਗ ਨੂੰ ਬੋਰ ਕਰਨ ਦੇ ਨਾਲ ਇਹ ਬਹੁਤ ਇੰਪਰੂਵ ਹੁੰਦਾ ਹੈ, ਜਿਸ ਨਾਲ ਆਪਣਾ ਸੈਲਫ ਕੌਨਫੀਡੈਂਸ, ਆਤਮ ਵਿਸ਼ਵਾਸ, ਆਪਣੇ ਆਪ ਦੇ ਉੱਤੇ ਜੋ ਵਿਸ਼ਵਾਸ ਹੁੰਦਾ ਹੈ ਉਹ ਵੱਧਦਾ ਹੈ। ਸ਼ਾਂਤ ਰਹਿਣ ਲਈ ਕਦੇ ਵੀ ਕੋਈ ਐਕਸਟਰਾ ਟਾਈਮ ਨਾ ਕੱਢੋ, ਪਰ ਇਸ ਨੂੰ ਆਪਣੀ ਲਾਈਫ ਸਟਾਈਲ ਬਣਾ ਲਓ, ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਿਆ ਜਾਵੇ। ਮੰਨ ਲਓ ਜਦੋਂ ਵੀ ਤੁਹਾਡੇ ਕੋਲ ਫ੍ਰੀ ਟਾਈਮ ਹੈ ਤਾਂ ਉਸਦੇ 10 ਮਿੰਟ ਆਪਣੇ ਆਪ ਨੂੰ ਤੇ ਆਪਣੇ ਮਾਈਂਡ ਨੂੰ ਸ਼ਾਂਤ ਰੱਖੋ। ਅਗਰ ਨਹੀਂ ਰੱਖ ਸਕਦੇ ਤਾਂ ਇੱਕ ਯੋਗ ਆਸਨ ਕਰੋ, ਮੈਡੀਟੇਸ਼ਨ ਕਰੋ। ਤੁਹਾਡੇ ਹਰ ਦਿਨ ਦੀ ਸ਼ੁਰੂਆਤ ਸ਼ਾਂਤ ਮਨ ਦੇ ਨਾਲ ਹੋਣੀ ਚਾਹੀਦੀ ਆ, ਜਿੱਥੇ ਤੁਸੀਂ 10 ਮਿੰਟ ਧਿਆਨ ਕਰੋ, 10 ਮਿੰਟ ਮੈਡੀਟੇਸ਼ਨ, ਉਸ ਤੋਂ ਬਾਅਦ 5 ਮਿੰਟ ਸ਼ਾਂਤ ਮਨ ਦੇ ਨਾਲ ਆਪਣੇ ਦਿਨ ਨੂੰ ਪਲਾਨ ਕਰੋ। ਜਾਪਾਨੀ ਕਲਚਰ ਦੇ ਵਿੱਚ ਤਲਵਾਰ ਚਲਾਉਣ ਤੋਂ ਲੈ ਕੇ ਚਾਹ ਪੀਣ ਤੱਕ ਹਰ ਚੀਜ਼ ਦੀ ਇੱਕ ਵਿਸਤ੍ਰਿਤ ਸਰਮਨੀ ਹੁੰਦੀ ਹੈ। ਇਹਨਾਂ ਨੂੰ ਯੂਜ਼ ਕਰਨ ਤੋਂ ਪਹਿਲਾਂ ਉਹਨਾਂ ਦੇ ਰਿਵਾਜ ਹੁੰਦਾ ਹੈ, ਉਹ ਇੱਕ ਖਾਸ ਤਰੀਕੇ ਦੇ ਨਾਲ ਚਾਹ ਨੂੰ ਪਰੋਸਦੇ ਆ ਔਰ ਇੱਕ ਖਾਸ ਤਰੀਕੇ ਦੇ ਨਾਲ ਹੀ ਕੱਪ ਨੂੰ ਚੱਕਿਆ ਜਾਂਦਾ ਹੈ। ਇਹ ਰਿਵਾਜ ਇਸ ਲਈ ਚਲਾਇਆ ਗਿਆ ਹੈ ਕਿ ਇਹ ਆਪਣਾ ਮਨ ਅੰਦਰ ਚੱਲ ਰਹੇ ਹੋਏ ਵਿਚਾਰਾਂ ਤੋਂ ਹਟ ਕੇ ਸਰੀਰ ਦੀ ਪੋਜੀਸ਼ਨ ਤੇ ਆ ਜਾਵੇ। ਇਸ ਲਈ ਤੁਸੀਂ ਵੀ ਦਿਨ 'ਚ ਕੁਝ ਇਹੋ ਜਿਹੇ ਕੰਮ ਕਰੋ ਜਿਸ ਨਾਲ ਤੁਹਾਡੇ ਦਿਮਾਗ 'ਚ ਚੱਲ ਰਹੇ ਵਿਚਾਰਾਂ ਤੋਂ ਤੁਸੀਂ ਹਟ ਸਕੋ, ਔਰ ਇਹਦੇ ਲਈ ਤੁਸੀਂ ਰਨਿੰਗ, ਯੋਗ ਆਸਨ ਜਾਂ ਕੋਈ ਵੀ ਐਕਸਰਸਾਈਜ਼ ਕਰ ਸਕਦੇ ਹੋ। ਦੋਸਤੋ, ਸ਼ਾਂਤ ਮਨ ਲਈ ਸਭ ਤੋਂ ਜ਼ਰੂਰੀ ਜੋ ਕੰਮ ਹੈ ਕਿ ਸਭ ਤੋਂ ਪਹਿਲਾਂ ਆਪਣੇ ਮਨ ਦੇ ਵਿੱਚੋਂ ਇਸ ਸ਼ਿਕਾਇਤ ਨੂੰ ਦੂਰ ਕਰ ਲਓ ਕਿ ਮੈਨੂੰ ਕਮਜ਼ੋਰ ਵਿਚਾਰ ਆਉਂਦੇ ਆ, ਔਰ ਇਹ ਆਪਣੇ ਆਪ ਨੂੰ ਸਮਝਾ ਲਓ ਕਿ ਤੁਸੀਂ ਤੁਹਾਡੇ ਦਿਮਾਗ ਦੇ ਅੰਦਰ ਚੱਲ ਰਹੇ ਵਿਚਾਰਾਂ ਦੇ ਲਈ ਜ਼ਿੰਮੇਵਾਰ ਨਹੀਂ ਹੋ। ਜਿਵੇਂ ਹੀ ਇਹ ਸ਼ਿਕਾਇਤ ਖਤਮ ਹੁੰਦੀ ਹੈ, ਤੁਹਾਡੇ ਕੋਲ ਚੁਣਨ ਦੀ ਸ਼ਕਤੀ ਆਉਂਦੀ ਹੈ। ਤੁਹਾਡੇ ਕੋਲ ਇਹ ਚੁਣਨ ਦੀ ਸ਼ਕਤੀ ਆਉਂਦੀ ਹੈ ਕਿ ਵਿਚਾਰਾਂ ਦੇ ਵਿੱਚ ਮੈਂ ਉਲਝਣਾ ਹੈ ਜਾਂ ਇਹਨਾਂ ਨੂੰ ਦੂਰ ਤੋਂ ਦੇਖਣਾ ਹੈ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਹੋਰ ਕਿਸ ਟੌਪਿਕ ਦੇ ਉੱਤੇ ਵੀਡੀਓ ਚਾਹੀਦੀ ਆ। ਔਰ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਵੱਡੀ ਸੋਚ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਕਿ ਵੀਡੀਓ ਆਉਣ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਦੀ ਨੋਟੀਫਿਕੇਸ਼ਨ ਮਿਲ ਸਕੇ।